ਹੈਲੋ ਕਲਾਸ ਹੁਣ ਐਕਸਰਸਾਈਜ਼ 13.2 ਦੇ ਬਾਕੀ ਦੇ ਸਮ ਕਰਦੇ ਹਾਂ। ਫੋਰਥ ਸਮ ਦੇ ਵਿੱਚ ਦੇਖੋ ਰਾਜੇ ਕੀ ਕੀ ਹੋਇਆ। ਇਫ ਅ ਬਾਕਸ ਆਫ ਸਵੀਟਸ is divided among 24 children, they will get 5 sweets each. Number of children 24 ਦਿੱਤੇ ਆ, per person ਕਿੰਨਾ ਮਿਲੂ 5 sweets. How many would each get if the number of children is reduced by 4? ਕਹਿੰਦੇ ਅਗਰ ਜਿੰਨੇ number of ਦਿੱਤੇ ਹੋਏ ਸੀ children reduce ਕਰ ਦਿੱਤੇ ਜਾਣ ਉਹਦੇ ਵਿੱਚੋਂ 4, that means 20 children ਹੋ ਗਏ, ਤਾਂ ਕਹਿੰਦੇ ਕਿੰਨੀ sweets ਜਿਹੜੀ ਹੈਗੀ ਆ ਹਰ children ਨੂੰ ਮਿਲੇਗੀ। ਸੋ ਆਪਾਂ ਦੇਖਦੇ ਹਾਂ। ਹੁਣ ਆਪਾਂ ਲਿਖਾਂਗੇ ਇਹਦੇ ਵਿੱਚ number of children ਕਿੰਨੇ ਦਿੱਤੇ ਹੋਏ ਸੀ ਰਾਜੇ 24, ਇਹਨੂੰ ਆਪਾਂ ਲੈਟ ਕਰ ਲੈਣੇ ਆ x1, then number of sweets that each children get, ਉਹਨੂੰ ਆਪਾਂ ਲੈਟ ਕਰ ਲੈਣੇ ਆ y1, ਠੀਕ ਹੈ, ਕਿੰਨੇ ਨੇ 5। नंबर ऑफ चिल्ड्रन ਆਪਾਂ x1 ਲੈਟ ਕਰ ਲਿਆ, ਸਵੀਟਸ ਲੈਟ ਕਰ ਲਏ y1, 5 ਵੀ ਡਿਸਟ੍ਰੀਬਿਊਟ ਹੋ ਰਹੇ ਸੀਗੇ ਇਹਦੇ ਵਿੱਚ। ਦੈਨ ਫਿਰ ਅੱਗੇ ਕੀ ਕਿਹਾ ਸੀ ਉਹਨਾਂ ਨੇ, when number of children reduced by 4, ਕਹਿੰਦੇ ਜਿਹੜੇ ਚਿਲਡਰਨ ਟੋਟਲ ਦਿੱਤੇ ਹੋਏ ਸੀ ਉਹ ਚੋਂ ਅਗਰ ਰਿਡਿਊਸ ਕਰ ਦਿੱਤੇ ਜਾਣ 4, that means 24 minus 4 is equals to 20। ਇਹ ਆਪਣਾ ਕੀ ਹੋ ਗਿਆ x2, x ਆਪਾਂ ਕੀ ਲੈਟ ਕੀਤਾ ਨੰਬਰ ਆਫ ਚਿਲਡਰਨਸ, ਸਵੀਟਸ ਆਪਾਂ y ਲੈਟ ਕੀਤੀ ਹੈ। ਦੈਨ ਫਾਈਂਡ ਕੀ ਕਰਨਾ ਆਪਾਂ, ਦੈਨ ਨੰਬਰ ਆਫ ਸਵੀਟਸ that each children get, ਉਹ ਆਪਾਂ ਲੈਟ ਕਰ ਲੈਣਾ y2। ਹੁਣ ਆਪਾਂ ਦੇਖਿਆ ਸੀ ਇਨਵਰਸਲੀ ਪ੍ਰੋਪੋਰਸ਼ਨ ਵਾਲੇ ਦੀ ਇਕੁਏਸ਼ਨ ਕੀ ਸੀ x1 into y1, ਇਸ ਕਰਕੇ ਆਪਾਂ ਇੱਥੇ ਲਿਖਾਂਗੇ x1 into y1 is equals to x2 into y2। ਇਹੀ ਇਕੁਏਸ਼ਨ ਸੀ ਕਿ ਇਨਵਰਸਲੀ ਪ੍ਰੋਪੋਰਸ਼ਨ ਦੀ। ਸੋ ਵੈਲਿਊਜ਼ ਪੁੱਟ ਕਰਾਂਗੇ, x1 ਕੀ ਹੈ 24 into y1 ਕੀ ਹੈ 5, x2 ਕੀ ਹੈ 20, y2 ਕਿੰਨਾ ਹੈਗਾ ਫਾਈਂਡ ਕਰਨਾ। y2 ਇੱਥੇ ਹੀ ਰਹੂਗਾ, x2 ਉਧਰ ਆ ਕੇ ਡਿਵਾਈਡ ਹੋ ਜੂ, that is 24 into 5 divided by 20 is equals to y2। so after cutting this अपने को y2 ਦੀ वैल्यू कितनी आ गई, 5 4s are 20 and 4 6s are 24। so y2 ਦੀ वैल्यू अपने को कितनी आ गई 6 sweets per person। ठीक है राजे, ਹੁਣ ਬਾਕੀ ਦੇ ਸਮ ਵੀ ਇਸੇ ਤਰੀਕੇ ਨਾਲ ਹੋਣੇ ਆ। ਸੋ ਆਪਾਂ ਇਹਦੇ ਵਿੱਚ ਆਪਾਂ ਕੁਝ ਸਮ ਦੇਖਦੇ ਹਾਂ ਕਿ ਬਾਕੀ ਦੇ ਕਿਵੇਂ ਕਰ ਸਕਦੇ ਆ, ਸੇਮ ਮੈਥਡ ਹੀ ਯੂਜ਼ ਹੋਊਗਾ। ਅੱਗੇ ਦੇਖੋ ਫਿਫਥ ਸਮ ਆਪਾਂ ਨੂੰ ਦਿੱਤਾ ਹੈ, ਅ ਫਾਰਮਰ ਹੈਜ਼ ਇਨਫ ਫੂਡ ਟੂ ਫੀਡ ਨੰਬਰ ਆਫ ਐਨੀਮਲਸ ਦਿੱਤੇ ਆਪਾਂ ਨੂੰ 20 ਐਨੀਮਲਸ ਇਨ ਹਿਸ ਕੈਟਲ ਫॉर 6 ਡੇਜ਼। ਨੰਬਰ ਆਫ ਡੇਜ਼ ਦਿੱਤੇ ਮਤਲਬ ਇਹ ਆਪਣਾ x1 ਹੋ ਗਿਆ, y1 ਹੋ ਗਿਆ। ਹਾਊ ਲੌਂਗ ਵੁੱਡ ਦ ਫੂਡ ਲਾਸਟ ਇਫ देयर वर 10 ਮੋਰ ਐਨੀਮਲਸ, 10 ਮੋਰ ਹੋ ਗਏ, ਉਹਦੇ ਵਿੱਚ ਜਿਵੇਂ ਆਪਾਂ ਚਿਲਡਰਨ ਰਿਡਿਊਸ ਕੀਤੇ ਸੀ ਇਹਦੇ ਵਿੱਚ ਨੰਬਰ ਆਫ ਐਨੀਮਲਸ ਇਨਕਰੀਜ਼ ਹੋ ਗਏ, that means 20 plus 10 is equals to 30 which is x2। फाइंड की करना ਆਪਾਂ y1 y2 फाइंड करना, y1 ਆਪਾਂ ਨੂੰ 6 days ਦਿੱਤਾ ਸੀ, y2 ਆਪਾਂ फाइंड करना कि ਹੋਰ ਕਿੰਨੇ ਦਿਨ ਉਹ ਫੂਡ ਜਿਹੜਾ ਹੈਗਾ ਰਹਿ ਸਕਦਾ ਹੈ। ਦੇਖੋ ਹੁਣ ਫਿਫਥ ਸਮ ਚ ਆਪਾਂ ਨੂੰ ਕੀ ਕਿਹਾ ਸੀ, ਨੰਬਰ ਆਫ ਐਨੀਮਲਸ x1 ਦਿੱਤਾ ਸੀ 20 days and food is sufficient for y1 6 days। ਠੀਕ ਹੈ, ਹੁਣ ਇਹਨਾਂ ਨੇ ਕਿਹਾ ਸੀ ਅਗਰ 10 ਮੋਰ ਐਨੀਮਲਸ ਹੋ ਜਾਂਦੇ ਨੇ, that means 10 20 plus 10 ਕਿੰਨਾ ਹੋ ਗਿਆ 30, ਉਹ ਆਪਣਾ ਹੋ ਗਿਆ x2। ਨੰਬਰ ਆਫ ਡੇਜ਼ ਇਨ ਵਿਚ ਫੂਡ ਲਾਸਟ 4, ਹੁਣ ਕਿੰਨੇ ਦਿਨਾਂ ਲਈ ਆਪਣਾ ਫੂਡ ਸਹੀ ਰਹਿ ਸਕਦਾ, y2 ਨੂੰ ਆਪਾਂ ਲੈਟ ਕਰ ਲਿਆ ਜੋ ਫਾਈਂਡ ਕਰਨਾ ਸੀ। ਸੋ ਸੇਮ ਪਹਿਲੇ ਸਮ ਵਾਂਗ x1 into y1 is equals to x2 into y2 ਦਾ ਫਾਰਮੂਲਾ ਅਪਲਾਈ ਕੀਤਾ ਫॉर ਇਨਵਰਸਲੀ ਪ੍ਰੋਪੋਰਸ਼ਨ। ਸੋ ਇਹਦੇ ਵਿੱਚ y2 ਦੀ ਆਪਾਂ ਵੈਲਿਊ ਫਾਈਂਡ ਕਰਨੀ ਸੀ, ਇੱਥੇ ਹੀ ਰਿਹਾ, ਬਾਕੀ ਉਧਰ ਰਹਿ ਕੇ ਡਿਵਾਈਡ ਹੋ ਗਿਆ। ਆਫਟਰ ਕੈਲਕੂਲੇਟਿੰਗ ਦਿਸ ਕਿੰਨੇ ਡੇਜ਼ ਆ ਗਏ ਆਪਣੇ ਕੋ, y2 is equals to 4 days। ਅਗਲਾ ਦੇਖੋ ਸਿਕਸ ਸਮ ਦੇ ਵਿੱਚ ਕੀ ਕੀ ਹੋਇਆ, ਅ ਕੰਟਰੈਕਟਰ ਐਸਟੀਮੇਟਸ that 3 persons could rewire Jasminder's house in 4 days। Number of persons 3, days कितने दिते हैं 4। If he uses 4 persons instead of 3, number of persons कितने हो गए, x2 कितना हो गया 4। Then how long should they take to complete this job? That means y2 फिर ਇਹਦੇ ਵਿੱਚ ਆਪਾਂ find करना। Then ਇਹਦੇ ਵਿੱਚ ਆਪਾਂ ਲਿਖਦੇ ਹਾਂ number of persons required to rewire house
नंबर ऑफ पर्सन आप x सिलेक्ट कर लिया, सो x1 पहला ਆਪਾਂ ਨੂੰ ਕੀ ਦਿੱਤਾ ਹੋਇਆ 3, देन नंबर ऑफ डेज ਆਪਾਂ ਨੂੰ ਦੱਸਿਆ ਸੀ रिक्वायर्ड कितना सी अपना y1 इज इक्वल्स टू 4 डेज। ठीक है, देन अगे इन्होंने क्या सी इफ ही यूजेस 4 पर्सन्स, इफ नंबर ऑफ पर्सन्स बिकम वो हो जाएगा अपना x2 इज इक्वल्स टू 4, नंबर ऑफ पर्सन आप x ਦੇ ਵਿੱਚ ਸਿਲੈਕਟ ਕਰਦੇ ਪਏ ਆ, देन नंबर ऑफ डेज रिक्वायर्ड टू रिवायर हाउस दैट इज y2 वो आप पता करना है। सेम आप फिर उदा ही लिख लेंगे x1 इंटू y1 इज इक्वल्स टू x2 इंटू y2, वैल्यू पुट कर दो की हो जाएगा अपना 3 इंटू y1 कितना सी 4 इज इक्वल्स टू 4 इंटू y2, सो y2 आप फाइंड करना 3 इंटू 4 डिवाइडेड बाय 4 इज इक्वल्स टू y2 3 डेज, सो नंबर ऑफ डेज रिक्वायर्ड टू रिवाइड द हाउस इज 3 डेज, सो y2 की वैल्यू अपनी कितनी आ गई 3। सेम ही तरीका अप्लाई हो रहा बच्चे सम सॉल्व करने का। देन अगे 7 सम देखो की क्या है, अ बैच ऑफ बॉटल्स were packed in 25 boxes with 12 bottles in each box. Number of boxes 25, number of bottles 12 देते, that means x1 y1 देता। If the same batch is packed using 25 bottles, ਹੁਣ bottles ਨੂੰ ਆਪਾਂ ਕੀ ਲੈਟ ਕੀਤਾ y, box ਨੂੰ x ਲੈਟ ਕੀਤਾ, that means y2 ਦਿੱਤਾ ਹੋਇਆ। How many boxes would be filled, ਫਿਰ ਆਪਾਂ find ਕੀ ਕਰਨਾ x2, so same formula apply ਕਰਾਂਗੇ ਇਹਦੇ ਵਿੱਚ ਵੀ। देखो नंबर ऑफ बॉटल्स पैक्ड इन अ बैच ऑफ 25 बॉक्सेस, ਉਹਨੂੰ ਆਪਾਂ x1 ਲੈਟ ਕੀਤਾ ਸੀ, नंबर ऑफ बॉटल्स ਕਿੰਨੀਆਂ ਸੀ 12 which is y1, देन अगर नंबर ऑफ बॉटल्स ਕਹਿੰਦੇ 20 ਹੋ ਜਾਂਦੀਆਂ ਨੇ y2, देन ਫਿਰ बॉक्सेस ਕਿੰਨੇ ਫਿਲ ਹੋਣਗੇ x2 ਆਪਾਂ फाइंड करना ਆ। ठीक है, सेम फॉर्मूला आप अप्लाई किया x1 इंटू y1 इज इक्वल टू x2 इंटू y2, वैल्यूज पुट की, सो नंबर ऑफ बॉक्सेस किन्ने आ गए x2 इज इक्वल टू 15 बॉक्सेस। अगे 8 सम भी सेम है, सो आप देखते हैं 9 सम। हाँ जी, अगे 9 सम च देखो की क्या, अ कार टेक्स 2 hours टू रीच अ डेस्टिनेशन बाय ट्रैवलिंग एट द स्पीड ऑफ 60 किलोमीटर पर आवर। सो आप इनू लैट करते हैं x1 स्पीड एंड y1 टाइमिंग है। हाउ लॉन्ग विल इट टेक व्हेन द कार ट्रैवल्स एट द स्पीड ऑफ 80 किलोमीटर पर आवर। हुणे आपां नूं की दित्ती हुई है सेकंड दी स्पीड दित्ती हुई है, दैट मीनस x2 दित्ती हुई है, सो इच आपां y2 फाइंड करना है। देन ਇਹਦੇ ਚ ਆਪਾਂ ਲਿਖਦੇ ਹਾਂ स्पीड ऑफ कार, ਉਹਨੂੰ ਆਪਾਂ ਲੈਟ ਕਰ ਲੈਣੇ ਆ x1 इज इक्वल्स टू 60 किलोमीटर पर आवर। टाइम ਆਪਾਂ ਨੂੰ ਦੇਤਾ, टाइम ਨੂੰ ਲੈਟ ਕਰ ਲੈਣੇ ਆ y1 which is equals to 2 hours। ठीक है, देन ਹੁਣ ਇਸ ਤੋਂ ਬਾਅਦ ਕੀ ਹੈਗਾ, अगर if speed of car x2 किन्नी हो जाती है अपनी 80 किलोमीटर पर आवर, देन टाइम y2 कितना हो जाए अपना वो आप फाइंड करना। सेम अप्लाई करांगे फॉर्मूला x1 इंटू y1 इज इक्वल्स टू x2 इंटू y2, 60 इंटू 2 इज इक्वल्स टू x2 कितना हो गया 80 इंटू y2 आप टाइम फाइंड करना, सो 60 इंटू 2 डिवाइड बाय 80 इज इक्वल्स टू y2। आफ्टर कटिंग दिस अपने को कितना आ गया y2 इज इक्वल्स टू 3/2 hours, और you can also say y2 is equals to 1/2 hours। ठीक है, क्लियर है बच्चे। 10th सम अगेन सेम है बच्चे, देखो की क्या है, 2 persons could fit new windows in a house in 3 days। नंबर ऑफ पर्सनस 2, नंबर ऑफ डेज 3 दिते हुए हैं। फर्स्ट पॉइंट की क्या, वन ऑफ द पर्सन फेल इल बिफोर द वर्क स्टार्टेड, हाउ लॉन्ग वुड द जॉब टेक नाउ। मतलब 2 ਦੇ ਵਿੱਚੋਂ ਕਿੰਨੇ ਰਹਿ ਗਏ 1 पर्सन रह गया। ਹੁਣ ਪਹਿਲਾ ਕਹਿੰਦੇ x1 अगर 2 है, x2 कितना हो गया 1, y1 अगर 3 है तो y2 ਆਪਾਂ फाइंड करना। सेम फॉर्मूला लगा के ਆਪਾਂ फर्स्ट सम फाइंड कर लांगे। देन सेकंड ਵਿੱਚ ਕੀ ਕਿਹਾ, हाउ मैनी पर्सनस वुड बी नीडेड टू फिट द विंडो इन 1 डे। ਹੁਣ ਇਹਦੇ ਵਿੱਚ ਆਪਣਾ y2 ਦੇਤਾ, दैट मीन्स x1 y1
y2 ਤੇ x1 ਆਪਾਂ x2 ਜਿਹੜੀ ਵੈਲਿਊ ਹੈਗੀ ਉਹ ਆਪਾਂ ਫਾਈਂਡ ਕਰਨੀ ਆ। ਦੇਖੋ ਕੀ ਕੀ ਹੋਇਆ ਸੀ, ਨੰਬਰ ਆਫ ਪਰਸਨਸ x1 ਦਿੱਤਾ ਹੋਇਆ 2, ਦੈਨ ਨੰਬਰ ਆਫ ਡੇਜ਼ ਕਿੰਨੇ ਦਿੱਤੇ ਹੋਏ ਸੀ, ਰਿਕੁਆਇਰਡ ਟੂ ਫਿਟ ਦ ਵਿੰਡੋ y1 3 ਦਿੱਤਾ ਹੋਇਆ ਸੀ। ਹੁਣ ਅਗਰ ਇੱਕ ਪਰਸਨ ਇਲ ਹੋ ਗਿਆ ਤਾਂ ਇੱਕ ਹੀ ਬਚਿਆ ਆਪਣੇ ਕੋਲ, ਡੈਟ ਮੀ x2 ਦੀ ਵੈਲਿਊ 1 ਹੋ ਗਈ, y2 ਦੀ ਵੈਲਿਊ ਆਪਾਂ ਫਾਈਂਡ ਕਰਨੀ ਆ। ਸੇਮ ਫਾਰਮੂਲਾ ਅਪਲਾਈ ਕੀਤਾ, y2 ਦੀ ਵੈਲਿਊ ਫਾਈਂਡ ਕਰ ਲਈ, ਡੈਟ ਇਜ਼ 6 ਡੇਜ਼। ਸੈਕਿੰਡ ਦੇ ਵਿੱਚ ਆਪਾਂ ਨੂੰ ਹੁਣ ਨੰਬਰ ਆਫ ਡੇਜ਼ ਦੇ ਦਿੱਤੇ ਸੀਗੇ, ਸੋ ਨੰਬਰ ਆਫ ਪਰਸਨਸ ਤੇ ਨੰਬਰ ਆਫ ਡੇਜ਼ ਜੋ ਫਰਸਟ ਵਾਲੇ ਆ ਉਹ ਤਾਂ ਐਜ਼ ਇਟ ਇਜ਼ ਰਹਿਣਗੇ। ਦੈਨ ਕਹਿੰਦੇ ਅਗਰ ਨੰਬਰ ਆਫ ਡੇਜ਼ 1 ਹੋ ਜਾਂਦਾ ਤਾਂ ਨੰਬਰ ਆਫ ਪਰਸਨਸ ਕਿੰਨੇ ਰਿਕੁਆਇਰਡ ਨੇ ਵਿੰਡੋਜ਼ ਫਿਟ ਕਰਨ ਲਈ, ਡੈਟ ਇਜ਼ x2 ਦੀ ਵੈਲਿਊ ਫਾਈਂਡ ਕਰਨੀ ਆ। ਸੋ ਸੇਮ ਫਾਰਮੂਲਾ x1 into y1 is equals to x2 into y2, that is 2 into 3 is equals to x2 into 1. So ਉੱਥੋਂ ਦੀ ਆਪਾਂ x2 ਦੀ ਵੈਲਿਊ ਫਾਈਂਡ ਕਰ ਲਈ, which is 6 persons. Then 11th sum ਦੇਖੋ ਬੱਚੇ, ਹੁਣ ਇਹ 'ਚ ਕੀ ਕਿਹਾ, a school has 8 periods a day each of 45 minutes duration. ਹੁਣ ਇਹਦੇ ਵਿੱਚ ਵੀ ਆਪਾਂ ਨੂੰ x1 y1 ਦਿੱਤਾ। How long would each period be if the school has 9 periods per day? ਹੁਣ ਆਪਣੇ ਪੀਰੀਅਡ ਦਿੱਤੇ ਹੋਏ ਨੇ ਬਟ ਆਪਾਂ ਟਾਈਮ ਫਾਈਂਡ ਕਰਨਾ, ਡੈਟ ਮੀਨਸ ਇੱਕ ਚੀਜ਼ ਦੀ ਵੈਲਿਊ ਫਾਈਂਡ ਕਰਨੀ ਆ, ਐਜ਼ਿਊਮਿੰਗ ਦ ਨੰਬਰ ਆਫ ਸਕੂਲ ਆਵਰਸ ਟੂ ਬੀ ਦੀ ਸੇਮ, ਡੈਟ ਮੀਨਸ ਆਪਾਂ ਹੁਣ ਫੇਰ ਇਹਦੇ ਵਿੱਚ ਕੀ ਫਾਈਂਡ ਕਰਨਾ, y2 ਦੀ ਵੈਲਿਊ, ਡੈਟ ਇਜ਼ ਟਾਈਮ ਫਾਈਂਡ ਕਰਨਾ। ਸੋ ਇਹਦੇ ਵਿੱਚ ਦੇਖੋ ਹੁਣ ਆਪਾਂ ਨੂੰ ਕੀ ਦਿੱਤਾ ਸੀ, ਨੰਬਰ ਆਫ ਪੀਰੀਅਡਸ ਪਰ ਡੇ x1 8 ਦਿੱਤੀ ਹੋਈ ਸੀ, ਡਿਊਰੇਸ਼ਨ ਕਿੰਨੀ ਦਿੱਤੀ ਸੀ ਹਰ ਇੱਕ ਪੀਰੀਅਡ ਦੀ 45 ਮਿੰਟਸ, ਬਟ ਕਹਿੰਦੇ ਅਗਰ ਨੰਬਰ ਆਫ ਪੀਰੀਅਡਸ ਜੋ 9 ਹੋ ਜਾਂਦੇ ਨੇ ਤਾਂ ਕਿੰਨਾ ਡਿਊਰੇਸ਼ਨ ਹੋਊਗਾ। ਸੇਮ ਫਾਰਮੂਲਾ ਅਪਲਾਈ ਕਰਾਂਗੇ, x1 into y1 is equals to x2 into y2, that is 8 into 45 is equals to 9 into y2. So ਇੱਥੋਂ ਦੀ ਆਪਾਂ y2 ਦੀ ਵੈਲਿਊ ਕੈਲਕੂਲੇਟ ਕਰ ਲਾਂਗੇ, 8 into 45 divided by 9 is equals to y2. So after calculating this ਆਪਣੇ ਕੋ ਕਿੰਨਾ ਆ ਜਾਊਗਾ ਇਹਦੇ ਵਿੱਚ 40 minutes. So ਇਹ ਕੀ ਆ ਗਿਆ ਆਪਣਾ 40 minutes are required in each period. ਸੋ ਬੱਚੇ this is your exercise 13.2, ਇਹਦੇ ਨਾਲ ਹੀ ਆਪਣਾ chapter 13 ਵੀ complete ਹੋ ਗਿਆ ਹੈ। Further we will discuss in our next lecture.